ਕੁਛ ਵਾਰਤਾ ਰੋਜ਼ ਸੁਣਦੇ ਹੋ। ਇਤਿਹਾਸ ਹਮੇਸ਼ਾ ਹੀ ਕੌਮਾਂ ਨੂੰ ਇੱਕ ਰਾਹ ਦਿਖਾਉਂਦਾ ਹੈ, ਨਵੀਆਂ ਪੀੜ੍ਹੀਆਂ ਨੂੰ ਇਹ ਦੱਸਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਆਹ ਕੀਤਾ, ਆਹ ਕੰਮ ਗਲਤ ਹੋਇਆ, ਆਹ ਕੰਮ ਸਹੀ ਹੋਇਆ। ਜੋ ਗਲਤ ਹੋਇਆ ਉਹ ਭਵਿੱਖ ਵਿੱਚ ਦੁਬਾਰਾ ਨਾ ਹੋਵੇ, ਜੋ ਸਹੀ ਹੋਇਆ ਜਾਂ ਉੱਤਮ ਹੋਇਆ, ਚੰਗਾ ਹੋਇਆ, ਉਹਦੇ ਵਾਸਤੇ ਫਿਰ ਯਤਨ ਕੀਤੇ ਜਾਣ। ਇਸ ਕਰਕੇ ਇਹ ਵੀ ਸ਼ਬਦ ਜਿਹੜੇ ਨੇ ਉਹ ਗੁਰਬਾਣੀ ਦੇ ਵਿੱਚ ਆਉਂਦੇ ਨੇ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜਿਹੜੀਆਂ ਬਜ਼ੁਰਗਾਂ ਦੀਆਂ ਗਥਾਵਾਂ ਹਨ, ਬਜ਼ੁਰਗਾਂ ਦਾ ਇਤਿਹਾਸ ਹੈ, ਉਹ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦਾ ਹੈ। ਇਸ ਤਰ੍ਹਾਂ ਦੇ ਅਰਥ ਜਿਹੜੇ ਨੇ ਉਹ ਵਿਦਵਾਨ ਸੱਜਣ ਕਰਦੇ ਨੇ। ਉਹ ਭਾਵ ਕਹਿਣ ਦਾ ਇਹ ਕਿ ਜੋ ਜਿੰਨਾ ਕੰਮ ਪਹਿਲਾਂ ਹੋ ਚੁੱਕਿਆ ਉਸ ਤੋਂ ਅੱਗੇ ਤੁਰਨ ਦੀ ਪ੍ਰੇਰਨਾ ਜਿਹੜੀ ਹੈ ਉਹ ਇਤਿਹਾਸ ਦਿੰਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਇਤਿਹਾਸ ਦੇ ਵਿੱਚ ਹੁਣ ਅਸੀਂ ਇਸ ਮੋੜ ਦੇ ਉੱਤੇ ਖੜ੍ਹੇ ਹਾਂ। ਹੁਣ ਤੱਕ ਜਿਹੜਾ ਆਪਾਂ ਪਿੱਛੇ ਇਤਿਹਾਸ ਸੁਣਿਆ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤਿਆਰੀ ਕਰਦੇ ਪਏ ਹਨ ਸ੍ਰੀ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਪੰਥ ਸਾਜਣ ਦੀ। ਖਾਲਸਾ ਪੰਥ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਜਿਆ, ਪਰ ਜੋ ਹਾਲਾਤ ਸਨ ਉਹ ਆਪ ਜੀ ਨੇ ਬਾਰ-ਬਾਰ ਸਰਵਣ ਕੀਤੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਕਿ ਮੈਨੂੰ ਤਾਂ ਉਸ ਸਿੱਖੀ ਦੇ ਵਿੱਚੋਂ ਸਿਰਫ 2.5 ਬੰਦੇ ਹੀ ਜਿਹੜੇ ਨੇ ਉਹ ਪੂਰੇ ਮਿਲੇ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ, ਜਿਨ੍ਹਾਂ ਦੇ ਅੰਦਰ ਸਿੱਖੀ ਸੀ ਜਾਂ ਜਿਨ੍ਹਾਂ ਨੇ ਸਿੱਖੀ ਦੇ ਅਸੂਲ ਮੰਨੇ ਹੋਏ ਸਨ, ਮੈਨੂੰ ਉਹ ਸਿੱਖ ਸਿਰਫ 2.5 ਹੀ ਮਿਲੇ। ਉਹਨਾਂ ਦੇ ਵਿੱਚੋਂ ਇੱਕ ਦੀ ਕੱਲ ਆਪਾਂ ਗੱਲ ਕੀਤੀ ਸੀ, ਬਾਬਾ ਜਮੀਤ ਸਿੰਘ ਕਾਨਾ ਕਾਛਾ। ਦੂਸਰਾ ਸਿੱਖ ਬਾਬਾ ਲਹਿਣਾ ਸਿੰਘ ਕਰਜਾਕ ਪਿੰਡ ਗੁਜਰਾਂਵਾਲਾ ਜਾਂ ਕੁਜਰਾਂਵਾਲਾ। ਆਮ ਲੋਕ ਜਿਹੜੇ ਉੱਥੋਂ ਦੇ ਰਹਿਣ ਵਾਲੇ ਸਨ ਉਹ ਕੁਜਰਾਂਵਾਲਾ ਸ਼ਬਦ ਬੋਲਦੇ ਸਨ। ਪੁਰਾਣੇ ਬਜ਼ੁਰਗ ਵੀ ਸਾਰੇ ਕੁਜਰਾਂਵਾਲਾ ਸ਼ਬਦ ਕੱਕੇ ਨਾਲ ਬੋਲਦੇ ਨੇ। ਵੈਸੇ ਉਸ ਸ਼ਹਿਰ ਦਾ ਨਾਮ ਜਾਂ ਉਸ ਕਸਬੇ ਦਾ ਨਾਮ ਜਿਹੜਾ ਸੀ ਗੁਜਰਾਂਵਾਲਾ ਸੀ। ਉਸ ਗੁਜਰਾਂਵਾਲੇ ਨਗਰ ਦੇ ਬਿਲਕੁਲ ਨਾਲ ਹੀ ਸੀ ਕਰਜਾਕ। ਅਤੇ ਕੁਛ ਲੋਕਾਂ ਦਾ ਮੰਨਣਾ ਇਸ ਤਰ੍ਹਾਂ ਦਾ ਵੀ ਹੈ ਕਿ ਇਹਦਾ ਨਾਂ ਹੀ ਕਰਜਾਕ ਇਸ ਕਰਕੇ ਪਿਆ ਕਿ ਜਿਹੜਾ ਮਨੁੱਖ ਸਵੇਰੇ ਆਪਣੇ ਪਿੰਡ ਵਿੱਚੋਂ ਤੁਰ ਕੇ ਸ਼ਹਿਰ ਵਿੱਚ ਆਵੇ, ਕੰਮ ਕਾਰ ਕਰਕੇ 2-3 ਘੰਟਿਆਂ ਦੇ ਵਿੱਚ ਵਾਪਸ ਆਪਣੇ ਪਿੰਡ ਤੁਰ ਜਾਂਦਾ ਸੀ ਅਤੇ ਘਰ ਜਾ ਕੇ ਰੋਟੀ ਖਾ ਲੈਂਦਾ ਸੀ। ਘਰ ਜਾ ਖਾ, ਉਸੋਂ ਇਹ ਕਰਜਾਕ ਜਿਹੜਾ ਸੀ ਉਹ ਸ਼ਬਦ ਬਣਿਆ। ਇੱਕ ਹੋਰ ਦਲੀਲ ਇਸ ਪਿੰਡ ਵਾਸਤੇ ਇਹ ਦਿੱਤੀ ਜਾਂਦੀ ਹੈ ਕਿ ਸ਼ੁਕਰ ਚੱਕੀਆਂ ਸਰਦਾਰਾਂ ਦੇ ਹਾਥੀ ਜਿਹੜੇ ਸਨ ਉਹ ਇਸ ਜਗ੍ਹਾ ਦੇ ਉੱਤੇ ਵੱਜਦੇ ਸਨ ਜਿੱਥੇ ਬਾਅਦ ਵਿੱਚ ਪਿੰਡ ਬਣਿਆ, ਅਤੇ ਉਹ ਹਾਥੀ ਨੂੰ ਗਜ਼ ਕਹਿੰਦੇ ਨੇ। ਉਹ ਗਜ਼ ਰਾਖ ਦੀ ਥਾਂ 'ਤੇ ਇਹ ਵਿਗੜਦਾ ਹੋਇਆ ਜਿਹੜਾ ਸੀ ਉਹ ਕਰਜਾਕ ਬਣ ਗਿਆ। ਇਹ ਵੀ ਜਿਹੜਾ ਹੈ ਉਹ ਮੰਨਿਆ ਜਾਂਦਾ। ਭਾਵ ਕਹਿਣ ਦਾ ਮੇਰਾ ਸਿਰਫ ਇੰਨਾ ਕੁ ਹੈ ਕਿ ਇਹ ਪਿੰਡ ਬਹੁਤ ਨੇੜੇ ਹੈ ਗੁਜਰਾਂਵਾਲੇ ਸ਼ਹਿਰ ਦੇ, ਅਤੇ ਗੁਜਰਾਂਵਾਲਾ ਸ਼ਹਿਰ ਉਹ ਸ਼ਹਿਰ ਹੈ ਜਿਸ ਸ਼ਹਿਰ ਵਿੱਚ ਬਹੁਤ ਸਾਰੇ ਸੰਤ ਮਹਾਤਮਾ ਹੋਏ ਨੇ, ਜਿਨ੍ਹਾਂ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਜਿਨ੍ਹਾਂ ਨੇ ਬਹੁਤ ਵੱਡੇ ਨਸ਼ਈਆਂ, ਜਿਹੜੇ ਵਿਕਾਰ ਕਰਨ ਵਾਲੇ ਲੋਕ ਸਨ, ਚੋਰੀਆਂ ਕਰਨ ਵਾਲੇ ਲੋਕ ਸਨ, ਉਹਨਾਂ ਨੂੰ ਸਾਧ ਬਣਾ ਦਿੱਤਾ। ਸਾਡੇ ਨਾਮਧਾਰੀ ਪੰਥ ਦੇ 2 ਕੇਸਰ ਇਸ ਸ਼ਹਿਰ ਵਿੱਚ ਰਹੇ ਨੇ, ਇਸ ਸ਼ਹਿਰ ਦੀ ਸਾਧ ਸੰਗਤ ਨੂੰ ਉਪਦੇਸ਼ ਦਿੰਦੇ ਰਹੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵੀ ਇਸ ਸ਼ਹਿਰ ਵਿੱਚ ਗਏ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੀ ਕਿਰਪਾ ਕੀਤੀ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਇਸ ਪਾਸੇ ਦਾ ਦੌਰਾ ਕੀਤਾ ਹੈ। ਭਾਵ ਇਹ ਸ਼ਹਿਰ ਬੜਾ ਇਸ ਤਰ੍ਹਾਂ ਦਾ ਸ਼ਹਿਰ ਸੀ ਜਿਹਦੇ ਵਿੱਚ ਬਹੁਤ ਸਾਰੇ, ਜਿਸ ਤਰ੍ਹਾਂ ਗੁਰੂ ਨਾਨਕ ਦੇ ਪਾਤਸ਼ਾਹ ਜਾਂਦੇ ਨੇ ਬਗਦਾਦ, ਤਾਂ ਬਗਦਾਦ ਦੇ ਲੋਕ ਇਹ ਕਹਿਣਾ ਚਾਹੁੰਦੇ ਨੇ ਕਿ ਇੱਥੇ ਤਾਂ ਬਹੁਤ ਸਾਰੇ ਸੰਤ ਪਹਿਲਾਂ ਹੀ ਹਨ। ਇਸ ਸ਼ਹਿਰ ਦੇ ਵਿੱਚ ਬਹੁਤ ਸਾਰੇ ਸੰਤ ਮਹਾਤਮਾ ਵੱਸਦੇ ਸਨ, ਜਿਨ੍ਹਾਂ ਦਾ ਜ਼ਿਕਰ ਮੈਂ ਕਰਾਂਗਾ ਆਪਣੇ ਇਸੇ ਵਿਖਿਆਨ ਦੇ ਵਿੱਚ। ਇਹ ਕਰਜਾਕ ਸਰਦਾਰ ਲਹਿਣਾ ਸਿੰਘ, ਇਹਦੀ ਸਭ ਤੋਂ ਵੱਡੀ ਪਹਿਚਾਣ ਇਹ ਸੀ ਕਿ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਨੂੰ ਪੂਰਨ ਕਹਿ ਰਹੇ ਨੇ, ਇਹਨੂੰ ਕਿਉਂ ਪੂਰਨ ਕਹਿ ਰਹੇ ਨੇ, ਆਪਾਂ ਇਸ ਗੱਲ ਦੇ ਉੱਤੇ ਜਿਹੜਾ ਹੈ ਉਹ ਜ਼ੋਰ ਦੇਣਾ ਹੈ। ਕਿਉਂਕਿ ਕੱਲ੍ਹ ਵੀ ਆਪਾਂ ਬਾਬਾ ਜਮੀਤ ਸਿੰਘ ਕਾਨਾ ਕਾਛਾ ਬਾਰੇ ਇਹੀ ਗੱਲ ਆਪਾਂ ਜੀ ਸੀ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨੂੰ ਪੂਰਨ ਕਿਉਂ ਕਿਹਾ। ਇਹ ਲਹਿਣਾ ਸਿੰਘ ਦੀ ਸਭ ਤੋਂ ਵੱਡੀ ਪਹਿਚਾਣ ਜਿਹੜੀ ਸੀ ਉਹ ਤਾਂ ਇਹ ਸੀ ਕਿ ਸਿੱਖ ਜਰਨੈਲ
ਹਰੀ ਸਿੰਘ ਨਲੂਏ ਦੇ ਜਵਾਈ ਸਨ। ਅੰਗਰੇਜ਼ ਸਰਕਾਰ ਇਹਨਾਂ ਨੂੰ ਰਿਕਾਰਡ ਦੇ ਵਿੱਚ, ਜਿੱਥੇ ਇਹਨਾਂ ਦਾ ਚਿਹਰਾ ਮੋਹਰਾ ਲਿਖਦੀ ਹੈ, 1880 ਵਾਲਾ ਰਿਕਾਰਡ ਜਿਹੜਾ ਹੈ ਉਹਦੇ ਵਿੱਚ ਉਹ ਲਿਖਦੀ ਹੈ ਕਿ ਕੱਦ ਲੰਬਾ ਹੈ, ਰੰਗ ਕਣਕਵੀਨਾ ਹੈ, ਗਲ ਦੇ ਉੱਤੇ ਇੱਕ ਤਿਲ ਹੈ, ਨੱਕ ਲੰਬਾ ਹੈ, ਦਾੜਾ ਤੇ ਮੁੱਛਾਂ ਉਹਨਾਂ ਨੇ ਕਰੜ ਬਰੜੀਆਂ ਲਿਖੀਆਂ ਨੇ। ਤੇ ਨਾਲ ਉਹਨਾਂ ਨੇ ਇਹ ਗੱਲ ਉਸ ਮੈਂਸ਼ਨ ਕੀਤੀ ਹੈ, ਉੱਥੇ ਲਿਖੀ ਹੈ ਕਿ ਇਹ ਮਸ਼ਹੂਰ ਸਰਦਾਰ ਹਰੀ ਸਿੰਘ ਨਲੂਏ ਦਾ ਜਵਾਤਰਾ ਹੈ, ਭਾਵ ਜਵਾਈ ਹੈ। ਹਰੀ ਸਿੰਘ ਨਲੂਏ ਦੀ ਇੱਕੋ ਹੀ ਧੀ ਸੀ, ਚੰਦ ਕੌਰ। ਉਹ ਇਸ ਲਹਿਣਾ ਸਿੰਘ ਦੇ ਵੱਲ ਵਿਆਹੀ ਸੀ। ਇਹ ਲਹਿਣਾ ਸਿੰਘ ਕਾਹਨ ਸਿੰਘ ਦਾ ਪੁੱਤਰ ਸੀ। ਇਹਦੇ ਮਾਤਾ ਦਾ ਨਾਮ ਕਿਸ਼ਨ ਕੌਰ। ਕਾਹਨ ਸਿੰਘ ਸੰਧਾਵਾਲੀਏ ਸਰਦਾਰਾਂ ਦਾ ਸੈਨਾਪਤੀ ਸੀ ਤੇ ਜਿਸ ਰਿਆਸਤ ਦੇ ਵਿੱਚ ਇਸ ਨੂੰ ਸੂਬੇਦਾਰ ਲਾਇਆ, ਉਸ ਰਿਆਸਤ ਦੇ ਨਾਲ ਦੀ ਰਿਆਸਤ ਹਜ਼ਾਰੇ ਦੀ ਰਿਆਸਤ ਦੇ ਵਿੱਚ ਹਰੀ ਸਿੰਘ ਨਲੂਏ ਦਾ ਬਹਿਨੋਈ ਜਾਂ ਭਣਵਈਆ ਜਾਂ ਜੀਜਾ, ਕੋਈ ਵੀ ਸ਼ਬਦ ਜਿਹੜਾ ਹੈ, ਕਿਉਂਕਿ ਕਈ ਵਾਰ ਬੱਚਿਆਂ ਨੂੰ ਸਮਝ ਨਹੀਂ ਆਉਂਦਾ, ਉਹ ਜੀਜਾ ਹਜ਼ਾਰਾ ਸਿੰਘ ਜਿਹੜਾ ਸੀ ਉਸ ਨਾਲ ਦੀ ਰਿਆਸਤ ਦੇ ਵਿੱਚ ਸੂਬੇਦਾਰ ਸੀ। ਇਹ ਕਾਹਨ ਸਿੰਘ, ਲਹਿਣਾ ਸਿੰਘ ਦੇ ਪਿਤਾ ਕਾਹਨ ਸਿੰਘ ਅਤੇ ਹਜ਼ਾਰਾ ਸਿੰਘ ਹਰੀ ਸਿੰਘ ਨਲੂਏ ਦੇ ਭਣਵਈਏ ਦਾ ਆਪਸ ਵਿੱਚ ਵਿਰੋਧ ਹੋ ਗਿਆ, ਕਿਸੇ ਗੱਲ ਦੇ ਉੱਤੇ ਅਣਬਣੀ ਹੋ ਗਈ। ਇਹਨਾਂ ਦਾ ਜੰਗ ਹੋਇਆ, 2 ਵਾਰੀ ਜੰਗ ਹੋਇਆ। 2 ਵਾਰੀ ਜੰਗ ਦੇ ਵਿੱਚ ਕਾਹਨ ਸਿੰਘ ਜਿੱਤ ਗਿਆ, ਹਰੀ ਸਿੰਘ ਨਲੂਏ ਦਾ ਭਣਵਈਆ ਜਿਹੜਾ ਸੀ ਹਾਰ ਗਿਆ। ਇਤਿਹਾਸ ਇਹ ਗੱਲ ਕਹਿੰਦਾ, ਤਰਨ ਸਿੰਘ ਵਹਿਮੀ ਨੇ ਇਹ ਗੱਲ ਲਿਖੀ ਹੈ, ਕਿਉਂਕਿ ਉਹ ਉਸ ਇਲਾਕੇ ਦੇ ਸਨ, ਉਸ ਇਲਾਕੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹ ਕਹਿੰਦੇ ਨੇ ਕਿ ਹਰੀ ਸਿੰਘ ਨਲੂਏ ਨੇ ਆਪਣੇ ਭਣਵਈਏ ਨੂੰ ਇੱਕ ਸਰੋਪਾ ਭੇਜਿਆ, ਅੱਜ ਦੀ ਭਾਸ਼ਾ 'ਚ ਕਹਿ ਲਈਏ ਉਹਨੇ ਇੱਕ ਗਿਫਟ ਭੇਜਿਆ। ਹਰਸਾ ਸਿੰਘ ਨੇ ਜਦੋਂ ਉਹ ਸਰੋਪਾ ਖੋਲ੍ਹਿਆ, ਉਹ ਗਿਫਟ ਖੋਲ੍ਹਿਆ, ਤਾਂ ਉਹਦੇ ਵਿੱਚੋਂ ਚੂੜੀਆਂ, ਸੰਧੂਰ, ਇਸਤਰੀਆਂ ਦਾ ਹਾਰ ਸ਼ਿੰਗਾਰ ਦਾ ਸਮਾਨ ਨਿਕਲਿਆ। ਤਾਂ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਹਰੀ ਸਿੰਘ ਨਲੂਆ ਇਹ ਕਹਿਣਾ ਚਾਹੁੰਦਾ ਕਿ ਤੂੰ ਹਾਰ ਕੇ ਜੋ ਵਾਪਸ ਆਉਣਾ ਸੀ, ਮਰ ਕਿਉਂ ਨਾ ਗਿਆ ਉੱਥੇ ਜੰਗ ਦੇ ਵਿੱਚ, ਮੈਦਾਨ ਕਿਉਂ ਛੱਡ ਕੇ ਆਇਆ। ਇਸ ਤਰ੍ਹਾਂ ਦੀ ਫਿਰ ਇਹ ਗੱਲ ਜਿਹੜੀ ਹੈ ਕਿਤੇ ਨਾ ਜਾ ਕੇ ਇਸ ਤਰ੍ਹਾਂ ਢੁਕਦੀ ਹੈ ਕਿ ਕਾਹਨ ਸਿੰਘ ਬਾਅਦ ਵਿੱਚ ਕਸ਼ਮੀਰ ਦੇ ਜਿਹੜਾ ਰਾਜਾ ਸੀ ਉਹਦਾ ਦੀਵਾਨ ਲੱਗ ਗਿਆ। ਦੀਵਾਨ ਕਾਹਨ ਸਿੰਘ ਵੀ ਇਸ ਨੂੰ ਕਹਿੰਦੇ ਸਨ। ਕਿਸੇ ਕੰਮ ਵਾਸਤੇ ਗੁੱਜਰਾਂ ਵਾਲੇ ਆਇਆ, ਹਰੀ ਸਿੰਘ ਨਲੂਏ ਨਾਲ ਇਸ ਦਾ ਜਿਹੜਾ ਸੀ ਮੇਲ ਹੋਇਆ। ਹਰੀ ਸਿੰਘ ਨਲੂਆ ਜਦੋਂ ਮੇਲ ਹੋਇਆ ਤੇ ਮੂੰਹ ਪਰਾਂ ਨੂੰ ਕਰਕੇ ਬੈਠ ਗਿਆ। ਕਾਹਨ ਸਿੰਘ ਨੇ ਆਖਿਆ, ਜੀ ਮੈਂ ਤਾਂ ਤੁਹਾਨੂੰ ਫਤਿਹ ਬੁਲਾਈ ਹੈ ਸਿੰਘ ਸਾਹਿਬ ਸਮਝ ਕੇ, ਤੇ ਤੁਸੀਂ ਮੂੰਹ ਪਰਾਂ ਕਰ ਲਿਆ। ਉਹਨੇ ਆਖਿਆ, ਤੁਸੀਂ ਸਾਡੇ ਭਣਵਈਏ ਨੂੰ 2 ਵਾਰੀ ਹਰਾਇਆ, ਹਰਾਣਾ ਕਿਉਂ ਸੀ, ਉਂਝ ਸਮਝਾ ਦਿੰਦੇ। ਉਹ ਕਹਿੰਦਾ, ਜੀ ਮੈਂ ਸਮਝਾਉਣ ਦਾ ਯਤਨ ਕੀਤਾ ਪਰ ਉਹ ਨਹੀਂ ਸਮਝਿਆ ਮੇਰੀ ਗੱਲ। ਕਾਹਨ ਸਿੰਘ ਨੇ ਇਹ ਗੱਲ ਕਹੀ। ਦੂਜੀ ਗੱਲ ਇਹ ਹੈ ਕਿ ਅਸੀਂ ਅੱਜ ਹੋਰ ਕੋਈ ਸਲਾਹ ਮਸ਼ਵਰਾ ਕਰਨ ਵਾਸਤੇ ਆਏ ਹਾਂ। ਇਹ ਗੱਲ ਆਪਾਂ ਕਰਨ ਵਾਸਤੇ ਇੱਥੇ ਇਕੱਠੇ ਨਹੀਂ ਹੋਏ। ਮਹਾਭਾਰਤ ਦੇ ਯੁੱਧ ਦੇ ਵਿੱਚ ਯੁਧਿਸ਼ਟਰ ਤੇ ਦੁਰਯੋਧਨ ਭਾਵੇਂ ਦਿਨੇ ਲੜਦੇ ਸਨ, ਰਾਤ ਨੂੰ ਸਲਾਹਾਂ ਇਕੱਠੀਆਂ ਬੈਠ ਕੇ ਕਰ ਲੈਂਦੇ ਸਨ। ਇਸ ਕਰਕੇ ਸਾਡੀ ਭਾਵੇਂ ਉੱਥੇ ਮੈਦਾਨੇ ਜੰਗ ਵਿੱਚ ਲੜਾਈ ਸੀ, ਪਰ ਅਸੀਂ ਇੱਥੇ ਹੋਰ ਕਿਸੇ ਗੱਲ ਤੇ ਸਲਾਹ ਕਰਨ ਵਾਸਤੇ ਆਏ ਹਾਂ। ਤੁਹਾਨੂੰ ਇਹ ਗੱਲ ਜਿਹੜੀ ਹੈ ਇਸ ਸਮੇਂ ਇਹ ਗੱਲ ਨਹੀਂ ਕਰਨੀ ਚਾਹੀਦੀ। ਉਹਨੂੰ ਕਾਹਨ ਸਿੰਘ ਦਾ ਸੁਭਾਅ ਜਿਹੜਾ ਸੀ ਜੱਚ ਗਿਆ ਹਰੀ ਸਿੰਘ ਨਲੂਏ ਨੂੰ। ਉਹਨੂੰ ਚੰਗਾ ਲੱਗਾ ਕਿ ਇਹ ਬੰਦਾ ਸਾਫ਼ ਸਪਸ਼ਟ ਹੈ, ਵਧੀਆ ਬੰਦਾ ਹੈ। ਉਹਦੇ ਬਾਅਦ ਇਹ ਜਿਹੜਾ ਰਿਸ਼ਤਾ ਸੀ ਉਹ ਨੇੜੇ ਹੋਇਆ ਤੇ ਉਹਨੇ ਆਪਣੀ ਲੜਕੀ ਦਾ ਰਿਸ਼ਤਾ ਇਸ ਦੇ ਪੁੱਤਰ ਲਹਿਣਾ ਸਿੰਘ ਵੱਲ ਕਰ ਦਿੱਤਾ। ਲਹਿਣਾ ਸਿੰਘ ਸ਼ੁਰੂਆਤੀ ਦੌਰ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ, ਕਿਉਂਕਿ ਹਮ ਉਮਰੀ ਹੈ ਇਹ ਵੀ, ਤੇ ਇਹ ਫੌਜ ਦੇ ਵਿੱਚ ਭਰਤੀ ਹੁੰਦਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ। ਤੇ ਉਦੋਂ ਹੀ ਇਹ ਸੰਪਰਕ ਹੋਇਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਨਾਲ। ਕਿਉਂਕਿ ਜਦੋਂ ਇਹ ਗੱਲ ਦਾ ਆਪਾਂ ਨੂੰ ਇਸ ਗੱਲ ਦਾ ਹੋਰ ਤਾਂ ਕੋਈ ਪ੍ਰਮਾਣ ਨਹੀਂ ਇਤਿਹਾਸ ਦੇ ਵਿੱਚ, ਸਿਰਫ ਇੱਕੋ ਪ੍ਰਮਾਣ ਹੈ ਕਿ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਹਿਲੀ ਵਾਰ ਉੱਥੇ ਕਰਜ਼ਾਕ ਜਾਂਦੇ ਨੇ ਤੇ ਉਦੋਂ ਇਹਨੇ ਲੰਗਰ ਮੰਗਿਆ ਲਹਿਣਾ ਸਿੰਘ ਨੇ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲੰਗਰ ਦੇ ਦਿੱਤਾ। ਤਾਂ ਉਹ ਸਿੱਖਾਂ ਨੇ, ਸੂਬਿਆਂ ਨੇ ਵਿਰੋਧ ਕੀਤਾ, ਜੀ ਇਹ ਲੰਗੋਟੀ ਪੈਣ ਦਾ, ਤੇ ਇਹ ਮਰਿਆਦਾ ਦੇ ਵਿੱਚ ਨਹੀਂ, ਲੰਗੋਟੀ ਪੈਣ ਦਾ, ਤੇ ਇਹਨੂੰ ਤੁਸੀਂ ਲੰਗਰ ਦੇ ਦਿੱਤਾ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਿਆ, ਭਾਈ ਇਹ ਤੇ ਪਹਿਲਾਂ ਦਾ ਹੀ ਪੂਰਨ ਸਿੱਖ ਹੈ। ਉਹ ਜਿਹੜਾ ਪਹਿਲਾਂ ਦਾ ਸ਼ਬਦ ਬੋਲਣਾ ਜਾਂ ਅਸੀਂ ਇਹਨੂੰ ਜਾਣਦੇ ਹਾਂ ਇਹ ਸ਼ਬਦ ਬੋਲਣਾ, ਉਸ ਤੋਂ ਪਤਾ ਲੱਗਦਾ ਹੈ ਕਿ ਫੌਜ ਦੇ ਵਿੱਚ ਇਹ ਮਿਲਾਪ ਹੋਇਆ, ਫੌਜ ਨੂੰ ਛੱਡ ਕੇ ਆਇਆ ਸੀ। ਇਹ ਵੀ ਮੈਂ ਇੱਥੇ ਇਹ ਵੀ ਗੱਲ ਕਰ ਦੇਵਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਕੱਲੇ ਫੌਜ ਨਹੀਂ ਛੱਡ ਕੇ ਆਏ। ਬਹੁਤ ਸਾਰੇ ਸਿੱਖ ਸਰਦਾਰ ਜਿਨ੍ਹਾਂ ਨੂੰ ਪਤਾ ਸੀ ਕਿ ਇਹ ਫੌਜ ਨਹੀਂ ਰਹੀ, ਇਹ ਹੁਣ ਉਹ ਕੰਮ ਨਹੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੀ। ਇਸ ਕਰਕੇ ਬਹੁਤ ਸਾਰੇ ਸਰਦਾਰ ਫੌਜ ਛੱਡ ਕੇ ਆਏ ਸਨ। ਉਹਨਾਂ ਦੇ ਵਿੱਚੋਂ ਇਹ ਲਹਿਣਾ ਸਿੰਘ ਵੀ ਸੀ ਜਿਹੜਾ ਫੌਜ ਛੱਡ ਕੇ ਆਇਆ ਹੋਇਆ ਸੀ। ਇਹ ਆਣ ਕੇ ਕਰਜ਼ਾਕ ਬੈਠ ਗਿਆ, ਆਪਣੇ ਪਿੰਡ ਵਿੱਚ ਬੈਠ ਗਿਆ, ਭਜਨ ਬੰਦਗੀ ਵੱਲ ਇਹਦਾ ਧਿਆਨ ਹੋ ਗਿਆ।
ਉਸ ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਇਹਦਾ ਵਾਯੂਮੰਡਲ ਜਿਹੜਾ ਹੈ ਗੁਜਰਾਂਵਾਲੇ ਦਾ ਧਾਰਮਿਕ ਸੀ। ਅਧਿਆਤਮ ਦੇ ਬਹੁਤ ਵੱਡੇ ਵੱਡੇ ਸਾਧੂ ਇਸ ਧਰਤੀ ਦੇ ਉੱਤੇ ਸਨ। ਉਸ ਸਮੇਂ ਵੱਡੇ ਸਾਧੂਆਂ ਦੇ ਜਿਹੜੇ ਨਾਮ ਆਉਂਦੇ ਨੇ ਉਹਨਾਂ ਦੇ ਵਿੱਚ ਇੱਕ ਆਉਂਦਾ ਸੰਤ ਪਤਾਸਾ ਸਿੰਘ ਜੀ, ਇਹ ਮਾਲਵੇ ਦੇ ਸਨ। ਸੰਤ ਪਤਾਸਾ ਸਿੰਘ ਜੀ ਉਹ ਸਾਧੂ ਨੇ। ਸਾਡੇ ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਜਦੋਂ ਵੈਸੇ ਨਾਮਧਾਰੀ ਨਹੀਂ ਸਨ ਉਹ, ਪਰ ਉਹ ਸਾਧੂ ਸਨ। ਸਾਧੂ ਕਿਸੇ ਵੀ ਭੇਖ ਵਿੱਚ ਹੋ ਸਕਦਾ। ਉਹ ਜਦੋਂ ਆਪਣਾ ਮਲੇਰਕੋਟ ਦੇ ਵਾਲਾ ਸਾਕਾ ਵਾਪਰਦਾ, ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸਿਰ ਵਿੱਚ ਸਾਰੀ ਜ਼ਿੰਦਗੀ ਦਹੀਂ ਨਹੀਂ ਪਾਇਆ। ਇਹ ਵਿਰੋਧਤਾ ਕੀਤੀ ਅੰਗਰੇਜ਼ ਸਰਕਾਰ ਦੀ ਵੀ ਅਸੀਂ ਦਹੀਂ ਪਾ ਕੇ ਇਹ ਵਿਲਾਸਤਾ ਕਿਉਂ ਭੋਗੀਏ, ਇਸ ਤਰ੍ਹਾਂ ਦੇ ਭੋਗ ਕਿਉਂ ਭੋਗੀਏ, ਜਦੋਂ ਜ਼ਾਲਮ ਹਕੂਮਤ ਸਾਡੇ ਆਪਣਿਆਂ ਦੇ ਉੱਤੇ, ਸਾਡੇ ਆਪਣੇ ਬੰਦਿਆਂ ਦੇ ਉੱਤੇ ਤੋਪਾਂ ਜਿਹੜੀ ਹੈ ਉਹ ਚਲਾ ਰਹੀ ਹੈ। ਇਸ ਕਰਕੇ ਦਹੀਂ ਨਹੀਂ ਪਾਇਆ ਸਾਰੀ ਜ਼ਿੰਦਗੀ ਆਪਣੇ ਸਿਰ ਦੇ ਵਿੱਚ। ਇਹ ਬਾਬਾ ਪਤਾਸਾ ਸਿੰਘ ਬੜੇ ਮਹਾਤਮਾ ਸਨ, ਬਹੁਤ ਪ੍ਰਭਾਵ ਸੀ ਇਲਾਕੇ ਦੇ ਵਿੱਚ। ਹੈ ਮਾਲਵੇ ਦੇ ਸਨ ਪਰ ਵੱਸਦੇ ਉੱਥੇ ਸਨ। ਦੂਸਰਾ ਨਾਮ ਆਉਂਦਾ ਸੁਜਾਨ ਸਿੰਘ ਦਾ। ਇਹ ਵੀ ਸੂਫੀ ਫਕੀਰਾਂ ਵਰਗਾ ਫਕੀਰ ਸੀ, ਵਜਦ ਦੇ ਵਿੱਚ ਰਹਿਣ ਵਾਲਾ ਫਕੀਰ ਸੀ। ਨਾ ਕਿਸ ਰੰਗ ਦਾ ਭੇਦ ਸੀ, ਨਾ ਕੋਈ ਧਰਮ ਦਾ ਭੇਦ ਸੀ, ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਸੀ ਇਹਦੇ ਅੰਦਰ। ਬਹੁਤ ਉੱਚੀ ਬਿਰਤੀ ਵਾਲਾ ਸਾਧੂ ਸੀ ਇਹ ਸੁਜਾਨ ਸਿੰਘ। ਤੀਸਰਾ ਸੀ ਰਤਨ ਸਿੰਘ। ਇਹ ਸੀ ਉਗੂ ਚੱਕ ਦਾ, ਜਿਹਨੂੰ ਬਾਅਦ ਚੋਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ ਗੁਰੂ ਚੱਕ ਕਰ ਦਿੱਤਾ ਸੀ ਇਹ ਪਿੰਡ ਨੂੰ। ਇਹ ਗੁਰੂ ਚੱਕ ਦਾ ਸੀ ਰਤਨ ਸਿੰਘ। ਇਹ ਕੂਕਾ ਸੀ। ਇਸ ਦੇ ਸੰਪਰਕ ਦੇ ਵਿੱਚ ਲਹਿਣਾ ਸਿੰਘ ਆਉਂਦਾ ਹੈ। ਇਹਨੂੰ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਾਂਦੇ ਨੇ ਨਾ ਕਰਜ਼ਾਕ, ਉਦੋਂ ਇਹ ਇੱਕ ਸ਼ਬਦ ਬੋਲਦਾ ਹੈ ਕਿ ਮੈਨੂੰ ਰਤਨ ਸਿੰਘ ਨੇ ਸੇਵਾ ਕਰਨ ਦਾ ਉਪਦੇਸ਼ ਦੇ ਦਿੱਤਾ ਸੀ, ਨਾਮ ਨਹੀਂ ਦਿੱਤਾ। ਉਹ ਰਤਨ ਸਿੰਘ ਇਹਦੇ ਬਾਰੇ ਹੀ ਗੱਲ ਕਰਦਾ ਹੈ। ਉਹ ਰਤਨ ਸਿੰਘ ਇਸ ਨੂੰ ਸੇਵਾ ਵਾਲੇ ਪਾਸੇ ਲਾਉਂਦਾ ਹੈ। ਇੱਡੀ ਸੋਹਣੀ ਬਿਰਤੀ ਸੀ ਲਹਿਣਾ ਸਿੰਘ ਦੀ, ਭਾਵੇਂ ਬਹੁਤ ਵੱਡਾ ਸਰਦਾਰ ਸੀ, ਅਹੁਦਾ ਵੀ ਬਹੁਤ ਵੱਡਾ ਸੀ। ਫਿਰ ਪੰਜਾਬ ਦੇ ਵਿੱਚ ਇਹ ਗੱਲ ਬਹੁਤ ਹੀ ਵੱਡੀ ਸੀ ਕਿ ਹਰੀ ਸਿੰਘ ਨਲੂਏ ਦਾ ਜਵਾਈ ਹੈ, ਪਰ ਸਾਰੀ ਜ਼ਿੰਦਗੀ ਕੋਈ ਵੀ ਸਰਦਾਰਾਂ ਵਾਲੀ ਐਂਠ ਜਾਂ ਇਸ ਤਰ੍ਹਾਂ ਦਾ ਕੁਝ ਵੀ ਇਹਦੇ ਅੰਦਰ ਨਹੀਂ ਸੀ। ਕਹਿੰਦੇ ਨੇ ਇੱਕ ਵਾਰੀ ਆਪਣੇ ਭਤੀਜੇ ਦਾ ਵਿਆਹ ਕਰਕੇ ਇਹਨੇ ਆਪਣੇ ਹੱਥਾਂ ਦੇ ਵਿੱਚ ਸੋਨੇ ਦੇ ਕੜੇ ਪਾਏ ਹੋਏ ਸਨ, ਕੈਂਠਾ ਪਾਇਆ ਹੋਇਆ ਸੀ, ਹੋਰ ਗਹਿਣੇ ਲੋਕ ਆਮ ਪਾਉਂਦੇ ਸਨ, ਮੁਰਕੀਆਂ ਪਾਉਂਦੇ ਸਨ, ਕੁੰਡਲ ਪਾਉਂਦੇ ਸਨ ਲੋਕ, ਮਰਦਾਵੇਂ ਜਿਹੜੇ ਗਹਿਣੇ ਸਨ, ਇਹ ਸਾਰੇ ਮਰਦਾਵੇਂ ਗਹਿਣੇ ਪਾਏ ਹੋਏ ਇਹ ਗਿਆ ਸੰਤ ਰਤਨ ਸਿੰਘ ਹੋਰਾਂ ਨੂੰ ਮਿਲਣ ਵਾਸਤੇ। ਭਤੀਜੇ ਦਾ ਵਿਆਹ ਕਰਕੇ ਆਇਆ ਸੀ, ਵਧਾਈਆਂ ਲੈਣ ਵਾਸਤੇ, ਉਹਦੀ ਲੰਬੀ ਆਯੂ ਵਾਸਤੇ, ਜੋੜੀ ਨੂੰ ਆਸ਼ੀਰਵਾਦ ਦਿਵਾਉਣ ਵਾਸਤੇ। ਜਦੋਂ ਇਹ ਗਿਆ ਤਾਂ ਸੰਤ ਰਤਨ ਸਿੰਘ ਨੇ ਆਖਿਆ ਉਹ ਜੇ ਸਰਦਾਰ ਬਣ ਕੇ ਆਉਣਾ ਫਿਰ ਇੱਥੇ ਕਾਹਦੇ ਲਈ ਆਉਣਾ ਸੀ, ਇੱਥੇ ਕਿਉਂ ਆਉਣਾ ਸੀ ਜੇ ਸਰਦਾਰ ਹੀ ਬਣਨਾ ਸੀ। ਇਹ ਫਿਰ ਉਹ ਉੱਥੇ ਹੀ ਲਾ ਦਿੰਦਾ ਇਹ ਸਾਰਾ ਕੁਝ, ਜੋ ਇਹਨੇ ਪਾਇਆ ਸੀ ਸੋਨਾ ਉਹ ਸਾਰਾ ਕੁਝ ਲਾ ਦਿੰਦਾ। ਇੱਥੋਂ ਤੱਕ ਹਰੀ ਸਿੰਘ ਨਲੂਏ ਦੇ ਮਰਨ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਉਹਦੀ ਬਹੁਤ ਸਾਰੀ ਜ਼ਮੀਨ ਜਿਹੜੀ ਸੀ ਉਹ ਕੁਰਕੀ ਕਰ ਦਿੱਤੀ ਸੀ, ਜ਼ਬਤ ਕਰ ਲਈ ਸੀ। ਉਹਦੀਆਂ ਹਵੇਲੀਆਂ ਜ਼ਬਤ ਕਰ ਲਈਆਂ ਸਨ। ਇੱਕ ਹਵੇਲੀ ਉਸ ਦੀ ਘਰਵਾਲੀ ਦੇਸਾਂ ਨੇ 6000 ਰੁਪਈਆ ਦੇ ਕੇ ਜਿਹੜੀ ਸੀ ਉਹ ਬਹਾਲ ਕਰਵਾਈ। ਉਸ ਹਵੇਲੀ ਦਾ ਇਤਿਹਾਸ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਗੁਜਰਾਂਵਾਲੇ ਜਾਂਦੇ ਨੇ, ਉਸ ਹਵੇਲੀ ਦੇ ਵਿੱਚ ਹੀ, ਉਹ ਇਤਿਹਾਸਕ ਹਵੇਲੀ ਦੇ ਵਿੱਚ ਹਰੀ ਸਿੰਘ ਨਲੂਏ ਦੀ, ਉੱਥੇ ਡੇਰਾ ਸੱਚੇ ਪਾਤਸ਼ਾਹ ਦਾ ਹੁੰਦਾ। ਉਹਦੀ ਛੱਤ ਦੇ ਉੱਤੇ ਦੀਵਾਨ ਜਿਹੜਾ ਸੀ ਉਹ ਨਾਮਧਾਰੀਆਂ ਦਾ ਲੱਗਦਾ। ਉਸ ਹਵੇਲੀ ਦੇ ਵਿੱਚ ਬਾਅਦ ਦੇ ਵਿੱਚ ਇਹ ਆਣ ਕੇ ਲਹਿਣਾ ਸਿੰਘ ਆਪਣੀ ਸੱਸ ਦੇ ਕੋਲ ਹੀ ਇੱਥੇ ਰਹਿੰਦਾ ਹੈ। ਭਾਵੇਂ ਘਰ ਦੇ ਵਿੱਚ ਵੀ ਮਾਇਕ ਪੱਖੋਂ ਇਹ ਚੰਗੇ ਸਨ, ਪਰ ਕਿਉਂਕਿ ਉਹਨਾਂ ਦਾ ਵੀ ਕੋਈ ਆਸਰਾ ਇਸ ਤਰ੍ਹਾਂ ਦਾ ਨਹੀਂ ਸੀ ਹੈਗਾ, ਤੇ ਉਹ ਇਸ ਕਰਕੇ ਉਹ ਇੱਥੇ ਆ ਜਾਂਦੇ ਨੇ। ਬਹੁਤ ਸਾਰਾ ਧਨ ਜਿਹੜਾ ਸੀ ਉਹ ਹੈਗਾ ਸੀ ਹਰੀ ਸਿੰਘ ਨਲੂਏ ਦੀ ਪਤਨੀ ਦੇ ਕੋਲ, ਕਿਉਂਕਿ ਵੱਡਾ ਸਰਦਾਰ ਸੀ, ਬਹੁਤ ਉੱਚੇ ਅਹੁਦੇ ਰਹੇ, ਬਹੁਤ ਵੱਡੇ ਵੱਡੇ ਇਨਾਮ ਜਿਹੜੇ ਸਨ ਉਹ ਸਰਕਾਰ ਦੇ ਕੋਲੋਂ, ਜਦੋਂ ਪੰਜਾਬ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੀ ਸੀ ਉਦੋਂ ਪ੍ਰਾਪਤ ਕੀਤੇ। ਬਹੁਤ ਸਾਰਾ ਧਨ ਸੀ। ਉਹ ਸੋਨਾ ਕੁਛ ਧਨ ਜਿਹੜਾ ਸੀ ਇਹਨੂੰ ਦਿੱਤਾ ਸੱਸ ਇਹਦੀ ਨੇ ਕਿ ਇਸ ਨੂੰ ਸੰਭਾਲ ਲੈ। ਤੇ ਇੱਕ ਵਾਰੀ ਕਿਸੇ ਜ਼ਰੂਰਤ ਵੇਲੇ ਉਹਨੇ ਆਖਿਆ ਜੀ ਉਹ ਕਿੱਥੇ ਹੈ? ਲਹਿਣਾ ਸਿੰਘ ਹੋਰਾਂ ਨੇ ਆਖਿਆ ਉਹ ਮੈਂ ਪੱਕਾ ਸੰਭਾਲ ਦਿੱਤਾ ਹੈ। ਭਾਵ ਉਹ ਉਹਨਾਂ ਨੇ ਦਾਨ ਕਰ ਦਿੱਤਾ ਸੀ ਸਾਰਾ। ਉਹ ਆਂਦੇ ਮੈਂ ਪੱਕਾ ਸੰਭਾਲ ਦਿੱਤਾ, ਜਦੋਂ ਬਾਹਲੀ ਜ਼ਰੂਰਤ ਹੋਵੇਗੀ ਨਾ ਸਤਿਗੁਰੂ ਪਾਤਸ਼ਾਹ ਆਪ ਕਿਰਪਾ ਕਰਨਗੇ, ਆਪ ਬਿਉਂਤ ਬਣਾਉਣਗੇ, ਉਹ ਜਿਹੜਾ ਸੰਭਾਲਿਆ ਹੋਇਆ ਨਾ ਉਹਦੇ ਵਿੱਚੋਂ ਹੀ ਤੈਨੂੰ ਮਿਲੇਗਾ। ਤੈਨੂੰ ਜ਼ਰੂਰਤ ਹੋਵੇਗੀ ਉਹ ਤੈਨੂੰ ਸੰਭਾਲਿਆ ਦੇ ਵਿੱਚੋਂ ਹੀ ਮਿਲੇਗਾ। ਇਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਵੀ ਆਉਂਦਾ ਹੈ ਕਿ ਲਹਿਣਾ ਸਿੰਘ ਬਗਲੀ ਪਾ ਲੈਂਦਾ ਸੀ, ਉਹ
ਝੋਲੀਆਂ ਜਿਹੜੀਆਂ ਹੁੰਦੀਆਂ ਨੇ ਸਾਧੂ ਫਕੀਰਾਂ ਨੇ ਪਾਈਆਂ ਹੁੰਦੀਆਂ ਨੇ, ਬਗਲੀਆਂ ਪਾ ਲੈਣੀਆਂ, ਵਹਿੰਗੀਆਂ ਜਿਹੜੀਆਂ ਸਨ ਮੋਢੇ 'ਤੇ ਰੱਖ ਲੈਣੀਆਂ, ਦੋਵੇਂ ਪਾਸੇ ਝੋਲੀਆਂ ਬੰਨ੍ਹ ਲੈਣੀਆਂ ਡੰਡੇ ਦੇ ਨਾਲ, ਅਤੇ ਉਹਨਾਂ ਦੇ ਵਿੱਚ ਪ੍ਰਸ਼ਾਦੇ ਜਿਹੜੇ ਸਨ ਸਵੇਰੇ ਭਰ ਲੈਣੇ। ਨੇੜੇ ਨੇੜੇ ਨਗਰਾਂ ਦੇ ਵਿੱਚ ਪ੍ਰਸ਼ਾਦਾ, ਜਿਸ ਨੂੰ ਜੀ ਕੋਈ ਲੋੜ ਹੈ, ਕੋਈ ਭਾਜੇ ਦੀ, ਪ੍ਰਸ਼ਾਦੇ ਦੀ, ਕੋਈ ਭੁੱਖਾ ਜਿਹੜਾ ਹੈ ਵੇਖਣਾ, ਉਹਦੇ ਕੋਲ ਜਾ ਕੇ ਐਸੀ ਸੇਵਾ ਜਿਹੜੀ ਸੀ ਇਹਨਾਂ ਨੇ ਕੀਤੀ ਅਤੇ ਕਈ ਸਾਲ ਲਗਾਤਾਰ ਹੀ ਕੀਤੀ। ਇੱਕ ਇਤਿਹਾਸ ਵਿੱਚ ਬਚਨ ਆਉਂਦਾ ਕਿ ਲੱਦੇ ਕੇ ਵੜੈਚ ਪਿੰਡ ਸੀ, ਉਸ ਪਿੰਡ ਦੇ ਵਿੱਚ ਇਹ ਜਾਂਦੇ ਨੇ ਅਤੇ ਉੱਥੇ ਪ੍ਰਸ਼ਾਦੇ ਵਰਤਾ ਰਹੇ ਹੁੰਦੇ ਨੇ। ਪਿੱਛੋਂ ਆਣ ਕੇ ਇੱਕ ਕੁੱਤੀ ਇਹਨਾਂ ਦੇ ਲੱਤ ਦੇ ਉੱਤੇ ਚੱਕ ਮਾਰਦੀ ਹੈ, ਲੱਤ ਨੂੰ ਕੱਟਦੀ ਹੈ। ਜਦੋਂ ਉਹਨੇ ਚੱਕ ਮਾਰਿਆ ਤਾਂ ਇਹਨਾਂ ਨੇ ਮੁੜ ਕੇ ਵੇਖਿਆ, ਉਹ ਭੱਜ ਗਈ, ਉਹਦੇ ਪਿੱਛੇ ਪਿੱਛੇ ਗਏ, ਜਾ ਕੇ ਵੇਖਿਆ ਕਿ ਉਹ ਛੋਟੇ ਛੋਟੇ ਕਤੂਰੇ ਸਨ ਅਤੇ ਉਹ ਸ਼ਾਇਦ ਕਈ ਦਿਨਾਂ ਦੇ ਭੁੱਖੇ ਸਨ। ਇਹਨਾਂ ਨੂੰ ਇਹ ਪਤਾ ਲੱਗਾ, ਉਹਨਾਂ ਨੂੰ ਰੋਟੀਆਂ ਪਾਉਂਦੇ, ਕਹਿੰਦੇ ਮੇਰਾ ਕਸੂਰ ਹੈ, ਮੈਂ ਪਹਿਲਾਂ ਕਿਉਂ ਨਹੀਂ ਆ ਸਕਿਆ ਤੇਰੇ ਤੱਕ, ਮੈਨੂੰ ਪਹਿਲਾਂ ਪਹੁੰਚ ਕਰਨੀ ਚਾਹੀਦੀ ਸੀ, ਪਰ ਚਲੋ ਫਿਰ ਵੀ ਤੂੰ ਮਾਂ ਹੋ ਕੇ ਆਪਣੇ ਬੱਚਿਆਂ ਦਾ ਸੋਚ ਕੇ ਮੈਨੂੰ ਉੱਥੋਂ ਲੈ ਕੇ ਆਈ ਹੈ। ਤਾਂ ਫਿਰ ਉਹਨਾਂ ਨੇ ਉੱਥੇ ਕਹਿੰਦੇ ਨੇ ਕਿ ਸੇਰ ਪੱਕਾ ਦੁੱਧ ਜਿਹੜਾ ਸੀ ਉਹ ਲਵਾ ਦਿੱਤਾ ਕਿ ਜਿੰਨਾ ਚਿਰ ਇਹਦੇ ਬੱਚੇ ਵੱਡੇ ਨਹੀਂ ਹੁੰਦੇ ਇਸ ਕੁੱਤੀ ਦੇ, ਉਹਨਾਂ ਚਿਰ ਇੱਥੇ ਸੇਰ ਦੁੱਧ ਜਿਹੜਾ ਹੈ ਉਹ ਬੰਦਾ ਪੱਕਾ ਜਿਹੜਾ ਸੀ ਉਹ ਲਾ ਦਿੱਤਾ ਵੀ ਤੂੰ ਇਹਨੂੰ ਭਾਈ ਰੋਜ਼ ਪਾਉਣਾ ਹੀ ਪਾਉਣਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਹਾ ਭਾਈ ਇਹ ਪਹਿਲਾਂ ਹੀ ਸਿੱਖ ਹੈ, ਇਹ ਪਹਿਲਾਂ ਹੀ ਸਿੱਖ ਹੈ। ਤਾਂ ਇਸ ਕਰਕੇ ਕਛਹਿਰਾ ਨਹੀਂ ਪਾਇਆ, ਲੰਗੋਟੀ ਦੇ ਵਿੱਚ ਰਹਿੰਦੇ ਸਨ। ਅਤੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦਾ ਪੂਰਾ ਨੰਬਰ ਜਿਹੜਾ ਸੀ ਇਹਨਾਂ ਨੂੰ, ਲਹਿਣਾ ਸਿੰਘ ਹੋਰਾਂ ਨੂੰ ਦਿੱਤਾ। ਇਹਨਾਂ ਬਾਰੇ ਬਹੁਤ ਸਾਰੀਆਂ ਦੰਤ ਕਥਾਵਾਂ ਵੀ ਜਿਹੜੀਆਂ ਨੇ ਉਹ ਬਣੀਆਂ। ਗੁਜਰਾਂਵਾਲੇ, ਕਰਜ਼ਾਕ, ਇਹਨਾਂ ਪਿੰਡਾਂ ਦੇ ਵਿੱਚ ਜਦੋਂ ਲਹਿਣਾ ਸਿੰਘ ਹੋਰੀ ਵਿਚਰਦੇ ਸਨ, ਇੱਥੇ ਦਾਨ ਪੁੰਨ ਕਰਦੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਥੇ ਆਏ, ਇਹਨੂੰ ਦਰਸ਼ਨ ਦਿੱਤੇ। ਇਸੇ ਮੈਂ ਪਹਿਲਾਂ ਵੀ ਅਰਜ਼ ਕੀਤੀ, ਹਵੇਲੀ ਦੇ ਵਿੱਚ ਸੱਚੇ ਪਾਤਸ਼ਾਹ ਦਾ ਡੇਰਾ ਹੋਇਆ ਅਤੇ ਉੱਥੇ ਦੀਵਾਨ ਵੀ ਲੱਗਾ। ਇੱਕ ਗੱਲ ਹੋਰ, ਇਹ ਰਾਗੀ ਵੀ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਆਖਿਆ ਸੀ ਕਿ ਤੁਸੀਂ ਰੋਜ਼ ਆਸਾ ਦੀ ਵਾਰ ਲਗਾਉਣੀ ਹੈ। ਗੁਜਰਾਂਵਾਲੇ ਰੋਜ਼ ਆਸਾ ਦੀ ਵਾਰ ਇਹ ਲਾਉਂਦੇ ਸਨ। ਅਤੇ ਫਿਰ ਦੂਸਰੀ ਗੱਲ, ਜਿਹੜਾ ਆਸਾ ਦੀ ਵਾਰ ਦੇ ਵਿੱਚ ਛੰਦ ਪੜ੍ਹੇ ਜਾਂਦੇ ਨੇ, ਚੌਥੇ ਪਾਤਸ਼ਾਹ ਦੇ ਛੰਦ ਪੜ੍ਹੇ ਜਾਂਦੇ ਨੇ, ਆਪਾਂ ਇਹ ਗੱਲ ਸਾਰੇ ਜਾਣਦੇ ਹਾਂ, ਰਾਗੀ ਸੱਜਣ ਵੀ ਜਾਣਦੇ, ਸਾਰੇ ਸਮਾਜ ਪੜ੍ਹਦੇ ਨੇ, ਇਕੱਲੇ ਨਾਮਧਾਰੀ ਨਹੀਂ ਪੜ੍ਹਦੇ, ਦੂਸਰੇ ਸਮਾਜ ਵੀ ਜਿਹੜੇ ਆਸਾ ਦੀ ਵਾਰ ਲਾਉਂਦੇ ਨੇ ਉਹ ਵੀ ਛੰਤ ਪੜ੍ਹਦੇ ਨੇ। ਪਰ ਇਹ ਛੰਤ ਕਿੱਥੋਂ ਆਏ ਇਹ ਗੱਲ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ। ਸਰਦਾਰ ਲਹਿਣਾ ਸਿੰਘ ਨੂੰ ਪਹਿਲੀ ਵਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਹ ਛੰਤ ਪੜ੍ਹਵਾਏ ਸਨ, ਉੱਥੋਂ ਆਰੰਭ ਹੋਈ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਿਆ ਚੌਥੇ ਪਾਤਸ਼ਾਹ ਦੇ ਛੰਤ ਜਿਹੜੇ ਨੇ ਇਹ ਆਸਾ ਦੀ ਵਾਰ ਦੇ ਨਾਲ ਪੜ੍ਹਨੇ ਨੇ। ਇਹ ਜਿਹੜੀ ਰੀਤ ਸੀ ਇਸ ਲਹਿਣਾ ਸਿੰਘ ਕਰਜ਼ਾਕ ਦੇ ਕੋਲੋਂ ਇੱਥੋਂ ਤੁਰੀ ਹੈ। ਇਹਨਾਂ ਨੇ ਸਾਰੀ ਜ਼ਿੰਦਗੀ ਜਿਹੜਾ ਸੀ ਇਹ ਭਜਨ ਬੰਦਗੀ ਕੀਤਾ, ਦਾਨ ਪੁੰਨ ਕੀਤਾ। ਦਾਨ ਪੁੰਨ 'ਚ ਬੜਾ ਵੱਡਾ ਨਾਮ ਹੈ ਇਹਨਾਂ ਦਾ। ਦਾਨ ਪੁੰਨ ਕੀਤਾ, ਸੇਵਾ ਕੀਤੀ। ਸੇਵਾ ਆਪਣੇ ਆਪ ਨੂੰ ਸਰਦਾਰ ਸਮਝ ਕੇ ਨਹੀਂ ਕੀਤੀ, ਆਪਣੇ ਆਪ ਨੂੰ ਸੇਵਕ ਸਮਝ ਕੇ ਕੀਤੀ। ਕੀਰਤਨ ਕੀਤਾ, ਆਸਾ ਦੀ ਵਾਰ ਦਾ ਕੀਰਤਨ ਕੀਤਾ। ਜਦੋਂ ਤੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿ ਦਿੱਤਾ ਕਿ ਆਸਾ ਦੀ ਵਾਰ ਲਾਉਣੀ ਹੈ, ਫਿਰ ਇਹਨਾਂ ਨੇ ਆਸਾ ਦੀ ਵਾਰ ਜਿਹੜੀ ਸੀ ਉਹ ਗੁਜਰਾਂਵਾਲੇ ਜਿਹੜੇ ਉਹ ਲਾਉਂਦੇ ਰਹੇ। ਅਤੇ ਤੀਸਰਾ ਸਿੱਖ ਜਿਹੜਾ ਹੈ ਉਹ ਹੈ ਬਾਬਾ ਜਮੀਤ ਸਿੰਘ। ਉਸ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੱਧਾ ਸਿੱਖ ਆਖਿਆ। ਅੱਧਾ ਇਸ ਕਰਕੇ ਆਖਿਆ ਕਿ ਉਹ ਆਪਣੀ ਜ਼ਿੰਦਗੀ ਦੇ ਪਹਿਲੇ ਦਿਨਾਂ 'ਚ ਵਿਆਜ਼ ਲੈਂਦੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਇਹ ਲੱਗਿਆ ਕਿ ਇਹਨਾਂ ਦੀ ਜ਼ਿੰਦਗੀ ਸਾਰੀ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ 'ਤੇ ਨਹੀਂ ਚੱਲੀ। ਇਸ ਕਰਕੇ ਉਹ ਜ਼ਿੰਦਗੀ ਵਿੱਚ ਉਹਨਾਂ ਨੇ ਵਿਆਜ ਲਿਆ ਆਪਣੇ ਰੁਪਈਆਂ ਦਾ, ਲੋਕਾਂ ਨੂੰ ਵਿਆਜੀ ਰੁਪਈਏ ਦਿੱਤੇ। ਇਸ ਕਰਕੇ ਸਤਿਗੁਰਾਂ ਉਹਨਾਂ ਨੂੰ ਆਖਿਆ ਭਾਈ ਤੂੰ ਅੱਧਾ ਹੈ, ਹੁਣ ਤੂੰ ਸਿੱਖ ਪੂਰਾ ਹੈ, ਪਹਿਲਾਂ ਤੂੰ ਵਿਆਜ ਲੈਂਦਾ ਸਾਂ, ਇਸ ਕਰਕੇ ਉਹ ਤੇਰਾ ਸਿੱਖੀ ਵਾਲਾ ਜੀਵਨ ਨਹੀਂ ਸੀ। ਇਸ ਕਰਕੇ ਉਸ ਜੀਵਨ ਦੇ ਵਿੱਚੋਂ ਉਹਨਾਂ ਨੂੰ ਅੱਧਾ ਸਿੱਖ ਆਖਿਆ ਗਿਆ। ਇਹਨਾਂ ਬਾਰੇ ਜਿਹੜਾ ਹੈ ਬਹੁਤ ਸਾਰਾ, ਇਹ ਦੋਵਾਂ ਬਾਰੇ ਇਸ ਕਰਕੇ ਵੱਖਰੀ ਗੱਲ ਕੀਤੀ ਹੈ ਕਿ ਇਹਨਾਂ ਬਾਰੇ ਅਗਾਂਹ ਗੱਲਾਂ ਨਹੀਂ ਆਉਣਗੀਆਂ, ਬਹੁਤੀਆਂ ਗੱਲਾਂ ਨਹੀਂ ਆਉਣਗੀਆਂ। ਅਗਲਾ ਜਿਹੜਾ ਇਤਿਹਾਸ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਅਸੀਂ ਵਿਚਾਰਾਂਗੇ ਉਹਦੇ ਵਿੱਚ ਬਹੁਤੀ ਗੱਲ ਨਹੀਂ ਆਵੇਗੀ। ਪਰ ਬਾਬਾ ਜਮੀਤ ਸਿੰਘ ਦੀ ਥਾਂ ਪਰ ਥਾਂ ਗੱਲਾਂ ਆਉਂਦੀਆਂ ਰਹਿਣਗੀਆਂ, ਕਿਉਂਕਿ ਇਹ ਪਹਿਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫੌਜ ਦੇ ਸਾਥੀ ਨੇ। ਸਤਿਗੁਰੂ ਬਾਲਕ ਸਿੰਘ ਤੋਂ ਪਹਿਲਾਂ ਭਜਨ ਵੀ ਇਹਨਾਂ ਨੇ ਸਤਿਗੁਰੂ ਬਾਬਾ ਜਮੀਤ ਸਿੰਘ ਹੋਰਾਂ ਨੇ ਆਣ ਕੇ ਲਿਆ ਸੀ। ਫਿਰ ਆਣ ਕੇ ਆਪਣੀ ਰੈਜੀਮੈਂਟ ਦੇ ਵਿੱਚ ਦੱਸਿਆ ਸੀ ਕਿ ਉੱਥੇ ਸਤਿਗੁਰੂ ਬਾਲਕ ਸਿੰਘ ਜੀ ਨੇ ਤੇ ਜਾ ਕੇ ਭਜਨ ਲਵੋ, ਉਹਨਾਂ ਦੇ ਦਰਸ਼ਨ ਕਰੋ। ਇਸ ਤਰ੍ਹਾਂ ਇਹਨਾਂ ਨੇ ਸਭ ਤੋਂ ਪਹਿਲਾਂ ਆਣ ਕੇ ਦੱਸਿਆ ਸੀ। ਅਤੇ ਸਮੇਂ ਦੇ ਵਿੱਚ ਜਿਹੜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਬਿਰਤੀ ਸੀ ਕਿ ਕੰਨ ਦੇ ਕੁੰਡਲ ਲਾ ਕੇ ਦੇ ਆਏ, ਕੈਂਠਾ ਗਲ 'ਚੋਂ ਲਾ ਕੇ ਦੇ ਆਏ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਧਿਆਨ ਰੱਖਦੇ ਸਨ ਫੌਜ ਦੇ ਵਿੱਚ ਵੀ
ਕਿ ਸਤਿਗੁਰੂ ਜੀ ਨੇ ਪ੍ਰਸ਼ਾਦਾ ਛਕਿਆ ਜਾਂ ਨਹੀਂ ਛਕਿਆ। ਜੇ ਨਹੀਂ ਛਕਿਆ ਤੇ ਆਪ ਪ੍ਰਸ਼ਾਦਾ ਲੈ ਕੇ ਉੱਥੇ ਜਾਣਾ ਜਿੱਥੇ ਸਤਿਗੁਰੂ ਜੀ ਬੈਠੇ ਹੋਣਾ। ਜੇ ਕੋਈ ਇਸ ਤਰ੍ਹਾਂ ਦੀ ਚੀਜ਼ ਦੇ ਆਏ ਨੇ ਤੇ ਉਸ ਬੰਦੇ ਨੂੰ ਮਿਲ ਕੇ ਆਖਣਾ, ਭਾਈ ਤੂੰ ਕਿਉਂ ਲਈ ਹੈ, ਤੂੰ ਇਸ ਤਰ੍ਹਾਂ ਦਾ ਸੌਦਾ ਕਿਉਂ ਕੀਤਾ, ਤੇ ਉਹਦੇ ਤੋਂ ਉਹ ਚੀਜ਼ ਮੁੜਵਾ ਲਿਆਉਣੀ, ਉਸ ਤੋਂ ਚੀਜ਼ ਵਾਪਸ ਲੈ ਆਉਣੀ। ਇਹ ਬੜਾ ਵੱਡਾ ਸਾਧੂ ਸੀ ਬਾਬਾ ਜਮੀਤ ਸਿੰਘ, ਤੇ ਇਲਾਕੇ ਦੇ ਵਿੱਚ ਐਡਾ ਵੱਡਾ ਇਹਦਾ ਪ੍ਰਭਾਵ ਸੀ ਕਿ ਬਹੁਤ ਸਾਰੇ ਨਾਮਧਾਰੀ ਇਹਦੇ ਕੋਲ ਰਹਿੰਦੇ। ਇਹਦੇ ਘਰ ਲੰਗਰ ਸੀ ਵੱਡਾ। ਇਹਦੇ ਸਭ ਤੋਂ ਵੱਡੀ ਗੱਲ ਕਿ ਬਹੁਤ ਸਾਰੇ ਨਾਮਧਾਰੀ ਇਸ ਦੇ ਜੀਵਨ ਜਾਚ ਤੋਂ ਵੇਖ ਕੇ ਹੀ ਨਾਮਧਾਰੀ ਬਣੇ। ਅੱਜ ਵੀ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਪਾਕਿਸਤਾਨ ਦੇ ਵਿੱਚ ਅੱਜ ਵੀ ਉਹਨਾਂ ਦੀ ਇੱਕ ਸਮਾਧ ਬਣੀ ਹੋਈ ਹੈ ਬਾਬੇ ਜਮੀਤ ਸਿੰਘ ਗਿੱਲ ਦੀ। ਤਾਂ ਲੋਕ ਅੱਜ ਵੀ ਉੱਥੇ ਜਿਹੜਾ ਹੈ ਉਹ ਆਪਣਾ ਮੱਥਾ ਟੇਕਦੇ ਨੇ, ਭਾਵੇਂ ਉਹ ਇਸ ਗੱਲ ਨੂੰ ਨਹੀਂ ਜਾਣਦੇ, ਉਹ ਫਕੀਰ ਸਮਝ ਕੇ ਮੱਥਾ ਟੇਕਦੇ ਨੇ। ਤੇ ਬਾਬਾ ਜਮੀਤ ਸਿੰਘ ਇੱਕ ਵੱਡੀ ਹਸਤੀ ਸੀ, ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਫੌਜ ਦਾ ਵੀ ਸਾਥੀ ਹੈ। ਬਾਅਦ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਹਰ ਸੇਵਾ ਦੇ ਵਿੱਚ ਫਿਰ ਸਤਿਗੁਰੂ ਜੀ ਇਹਨੂੰ ਸੂਬਾ ਵੀ ਥਾਪਦੇ ਨੇ। ਉਸ ਇਲਾਕੇ ਦਾ ਸਿਆਲਕੋਟ ਦੇ ਵਿੱਚ ਗਿੱਲ ਇਲਾਕੇ ਦੇ ਵਿੱਚ ਇਹ ਫਿਰ ਸੂਬਾ ਜੀ ਵੀ ਬਣਦੇ ਨੇ। ਹੋਲੇ ਵੀ ਗਿੱਲ ਪਿੰਡ ਦੇ ਵਿੱਚ ਹੋਏ। ਇਹ ਸਾਰੀ ਸਿੱਖੀ ਜਿਹੜੀ ਸੀ ਇਹ ਬਾਬੇ ਜਮੀਤ ਸਿੰਘ ਵੱਲੋਂ ਥਾਪੀ ਹੋਈ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸੀ। ਬਸ ਇਹ 2.5 ਸਿੱਖਾਂ ਬਾਰੇ ਇਸ ਤੋਂ ਅੱਗੇ ਹੁਣ ਜਿਹੜਾ ਇਤਿਹਾਸ ਆਵੇਗਾ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਿਆਰੇ ਸਾਜਣ ਦਾ ਹੈ। ਮੈਂ ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾਚਕਾਂ। ਸਤਿ ਸ੍ਰੀ ਅਕਾਲ।